ਤਮਾ ਤੇਰੀ ਨਾ ਭਰਦੀ ਦਿਨੋਂ ਦਿਨ ਵੱਧਦੀ ਜਾਂਦੀ ਹੈ। 100,000 ਲੱਖ ਤੋਂ ਨਿਗਾਹ ਕਰੋੜ ਤੇ ਜਾਂਦੀ ਹੈ। ਕੌਡੀ ਸਾਥ ਨਾ ਜਾਣੀ ਮਾਇਆ ਦਿਆਂ ਅੰਬਾਰਾਂ ਚੋਂ। ਮਹਿਮਾਨ ਹੈ 2 ਦਿਨ ਦਾ ਤੂੰ ਤੁਰ ਜਾਏ ਸਰਾਵਾਂ ਚੋਂ। ਉਹ ਬੰਦਿਆ ਮਹਿਮਾਨ ਹੈ 2 ਦਿਨ ਦਾ ਤੂੰ ਤੁਰ ਜਾਏ ਸਰਾਵਾਂ ਚੋਂ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਲੈ ਕੇ ਆਇਆ ਹਾਂ ਲੇਖਕ ਲੀਓ ਸਟੋਏ ਦੀ ਬਹੁਤ ਹੀ ਪ੍ਰਸਿੱਧ ਕਹਾਣੀ। ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਇੱਕ ਵਾਰ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਬਣ ਕੇ ਆਇਆ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਭ ਗੱਪਸ਼ਪ ਮਾਰ ਲੱਗੇ। ਉਦੋਂ ਹੀ ਉਸ ਸੰਨਿਆਸੀ ਨੇ ਉਸ ਆਦਮੀ ਨੂੰ ਕਿਹਾ ਕਿ ਇਹ ਤੂੰ ਇੱਥੇ ਕੀ ਛੋਟੀ ਮੋਟੀ ਖੇਤੀ ਕਰਦਾ ਹੈ? ਮੈਂ ਹੁਣੇ ਹੀ ਸਾਈਬੇਰੀਆ ਦੇ ਸਫ਼ਰ ਤੋਂ ਵਾਪਸ ਆਇਆ ਹਾਂ। ਮੈਂ ਉੱਥੇ ਦੇਖਿਆ ਕਿ ਇੱਥੋਂ ਦੇ ਮੁਕਾਬਲੇ ਵਿੱਚ ਉੱਥੇ ਜ਼ਮੀਨ ਜ਼ਿਆਦਾ ਸਸਤੀ ਤੇ ਉਪਜਾਊ ਹੈ। ਇੰਨੇ ਵਿੱਚ ਤਾਂ ਤੈਨੂੰ ਸੈਂਕੜੇ ਕਿੱਲੇ ਜ਼ਮੀਨ ਮਿਲ ਜਾਵੇਗੀ। ਤੂੰ ਐਸਾ ਕਰ, ਆਪਣੀ ਸਾਰੀ ਜ਼ਮੀਨ ਵੇਚ ਕੇ ਉੱਥੇ ਜ਼ਮੀਨ ਖਰੀਦ ਲੈ। ਉੱਥੋਂ ਦੇ ਲੋਕ ਵੀ ਬਹੁਤ ਭਲੇ ਹਨ, ਲਗਭਗ ਫ੍ਰੀ ਵਾਂਗੂ ਹੀ ਜ਼ਮੀਨ ਦੇ ਦਿੰਦੇ ਹਨ। ਤੂੰ ਉੱਥੇ ਜਾ ਤੇ ਉੱਥੇ ਹੀ ਖੇਤੀ ਕਰ। ਬਹੁਤ ਹੀ ਜਲਦ ਤੂੰ ਇੱਕ ਅਮੀਰ ਆਦਮੀ ਬਣ ਜਾਵੇਂਗਾ। ਇਹ ਸੁਣ ਕੇ ਉਸ ਆਦਮੀ ਦਾ ਲਾਲਚ ਜਾਗਿਆ ਤੇ ਉਸਨੇ ਬਹੁਤ ਜਲਦੀ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚੀ ਤੇ ਸਾਈਬੇਰੀਆ ਦੇ ਲਈ ਚੱਲ ਪਿਆ। ਉੱਥੇ ਜਾ ਕੇ ਉਸਨੇ ਦੇਖਿਆ ਤਾਂ ਗੱਲ ਸੱਚ ਨਿਕਲੀ। ਉੱਥੇ ਸੱਚਮੁੱਚ ਹੀ ਜ਼ਮੀਨ ਬਹੁਤ ਸਸਤੀ ਸੀ ਤੇ ਕੌਡੀਆਂ ਦੇ ਭਾਅ ਵਿਕ ਰਹੀ ਸੀ। ਉਸਨੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਕਿ ਉਸਨੇ ਵੀ ਜ਼ਮੀਨ ਖਰੀਦਣੀ ਹੈ। ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਠੀਕ ਹੈ, ਤੂੰ ਜਿੰਨਾ ਵੀ ਧਨ ਲੈ ਕੇ ਆਇਆ ਹੈ ਉਸ ਨੂੰ ਰੱਖ ਦੇ ਤੇ ਸਾਡੇ ਇੱਥੇ ਜ਼ਮੀਨ ਵੇਚਣ ਦਾ ਸਿਰਫ ਇੱਕ ਹੀ ਅਸੂਲ ਹੈ। ਕੱਲ੍ਹ ਸਵੇਰੇ ਸੂਰਜ ਨਿਕਲਦੇ ਹੀ ਤੁਰਨਾ ਸ਼ੁਰੂ ਕਰ ਦੇਣਾ ਹੈ ਤੇ ਸੂਰਜ ਡੁੱਬਦੇ ਤੱਕ ਜਿੰਨੀ ਵੀ ਜ਼ਮੀਨ ਦਾ ਚੱਕਰ ਲਗਾ ਕੇ ਤੂੰ ਵਾਪਸ ਉਸੇ ਹੀ ਸਥਾਨ ਤੇ ਆ ਜਾਵੇਂਗਾ ਜਿੱਥੋਂ ਤੂੰ ਤੁਰਿਆ ਸੀ। ਉਹ ਸਾਰੀ ਜ਼ਮੀਨ ਤੇਰੀ ਹੋਵੇਗੀ। ਪਰ ਯਾਦ ਰਹੇ, ਸੂਰਜ ਡੁੱਬਣ ਤੱਕ ਤੂੰ ਆਪਣੇ ਉਸੇ ਹੀ ਜਗ੍ਹਾ ਤੇ ਵਾਪਸ ਪਹੁੰਚਣਾ ਹੀ ਹੈ। ਉਸਨੇ ਜਦੋਂ ਉੱਥੋਂ ਦੇ ਲੋਕਾਂ ਕੋਲੋਂ ਇਹ ਗੱਲ ਸੁਣੀ ਤਾਂ ਉਸ ਨੂੰ ਨੀਂਦ ਨਹੀਂ ਆਈ। ਸ਼ਾਇਦ ਉਸ ਦੀ ਜਗ੍ਹਾ ਤੇ ਅਸੀਂ ਵੀ ਹੁੰਦੇ ਤਾਂ ਸਾਨੂੰ ਵੀ ਨਾ ਆਉਂਦੀ, ਕਿਉਂਕਿ ਇਨਸਾਨੀ ਦਿਮਾਗ ਹੈ ਹੀ ਐਸਾ। ਉਹ ਰਾਤ ਭਰ ਸੋਚਦਾ ਰਿਹਾ ਕਿ ਮੈਂ ਕਿੰਨੀ ਜ਼ਮੀਨ ਤੇ ਕਬਜ਼ਾ ਕਰ ਸਕਾਂਗਾ, ਮੈਨੂੰ ਕਿੰਨੀ ਤੇਜ਼ੀ ਨਾਲ ਭੱਜਣਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਤੇ ਕਬਜ਼ਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਜਦੋਂ ਮੈਂ ਬਹੁਤ ਸਾਰੀ ਜ਼ਮੀਨ ਤੇ ਕਬਜ਼ਾ ਕਰ ਲਵਾਂਗਾ ਤਾਂ ਮੈਂ ਬਹੁਤ ਅਮੀਰ ਆਦਮੀ ਬਣ ਜਾਵਾਂਗਾ। ਇਸੇ ਉਧੇੜ ਬੁਣ ਦੇ ਵਿੱਚ ਉਸ ਦੀ ਰਾਤ ਗੁਜ਼ਰ ਗਈ। ਸਵੇਰ ਹੁੰਦੇ ਹੀ ਉਹ ਭੱਜਿਆ। ਪਿੰਡ ਦੇ ਸਾਰੇ ਲੋਕ ਉਸ ਜਗ੍ਹਾ ਤੇ ਇਕੱਠੇ ਹੋ ਚੁੱਕੇ ਸੀ ਜਿੱਥੋਂ ਉਸ ਦੀ ਦੌੜ ਸ਼ੁਰੂ ਹੋਣੀ ਸੀ। ਉਸਨੇ ਆਪਣੇ ਨਾਲ ਰੋਟੀ ਤੇ ਪਾਣੀ ਵੀ ਲੈ ਲਿਆ ਤੇ ਸੋਚਿਆ ਕਿ ਭੱਜਦੇ ਭੱਜਦੇ ਹੀ ਰੋਟੀ ਖਾ ਲਵਾਂਗਾ ਤੇ ਪਾਣੀ ਪੀ ਲਵਾਂਗਾ, ਕਿਉਂਕਿ ਜੇ ਬੈਠ ਕੇ ਖਾਵਾਂਗਾ ਤਾਂ ਬਹੁਤ ਸਾਰੀ ਜ਼ਮੀਨ ਮੇਰੇ ਹੱਥੋਂ ਨਿਕਲ ਜਾਵੇਗੀ। ਸਾਰੇ ਲੋਕ ਉਸੇ ਹੀ ਜਗ੍ਹਾ ਤੇ ਖੜੇ ਸੀ। ਉਸਨੇ ਇੱਕ ਸ਼ੁਰੂਆਤੀ ਲਾਈਨ ਤੋਂ ਤੁਰਨਾ ਸ਼ੁਰੂ ਕੀਤਾ। ਪਹਿਲਾਂ ਕੁਝ ਮਿੰਟ ਤਾਂ ਉਹ ਤੁਰਿਆ, ਫਿਰ ਉਸਨੇ ਸੋਚਿਆ ਕਿ ਇਸ ਤਰ੍ਹਾਂ ਚੱਲਣ ਨਾਲ ਤਾਂ ਮੈਂ ਅੱਧੀ ਜ਼ਮੀਨ ਤੇ ਹੀ ਕਬਜ਼ਾ ਕਰ ਸਕਾਂਗਾ। ਫਿਰ ਉਸਨੇ ਦੌੜਨਾ ਸ਼ੁਰੂ ਕੀਤਾ। ਉਹ ਭੱਜਦਾ ਰਿਹਾ, ਉਸਦਾ ਸਾਹ ਫੁੱਲਦਾ ਰਿਹਾ, ਪਰ ਉਹ ਭੱਜਦਾ ਹੀ ਰਿਹਾ। ਉਸਦੇ ਬਣਾਏ ਹੋਏ ਪਲਾਨ ਦੇ ਮੁਤਾਬਕ ਉਸ ਨੂੰ 12 ਵਜੇ ਵਾਪਸ ਪਹਿਲੀ ਖਿੱਚੀ ਹੋਈ ਲਾਈਨ ਵੱਲ ਮੁੜ ਜਾਣਾ ਸੀ। ਪਰ ਉਸਨੇ ਦੇਖਿਆ ਕਿ ਅੱਗੇ ਹੋਰ ਵੀ ਜ਼ਿਆਦਾ ਉਪਜਾਊ ਜ਼ਮੀਨ ਹੈ। ਥੋੜ੍ਹੀ ਜਿਹੀ ਹੋਰ ਆਪਣੇ ਕਬਜ਼ੇ ਵਿੱਚ ਕਰ ਲੈਂਦਾ ਹਾਂ। ਉਹ ਮੀਲਾਂ ਦੂਰ ਅੱਗੇ ਆ ਗਿਆ ਸੀ। ਭੱਜਦੇ ਭੱਜਦੇ ਉਸ ਨੂੰ 1 ਵੱਜ ਗਿਆ। ਹੁਣ ਉਸ ਨੂੰ ਲੱਗਿਆ ਕਿ ਵਾਪਸ ਚੱਲਣਾ ਚਾਹੀਦਾ ਹੈ, ਵਰਨਾ ਸੂਰਜ ਡੁੱਬਣ ਤੋਂ ਪਹਿਲਾਂ ਉਹ ਆਪਣੇ ਸਥਾਨ ਦੇ ਉੱਤੇ ਵਾਪਸ ਨਹੀਂ ਪਹੁੰਚ ਪਾਵੇਗਾ। ਲੇਕਿਨ ਫਿਰ ਉਸਨੇ ਦੇਖਿਆ ਕਿ ਸਾਹਮਣੇ ਹੋਰ ਵੀ ਜ਼ਿਆਦਾ ਉਪਜਾਊ ਜ਼ਮੀਨ ਹੈ ਤੇ ਉਹ ਖਾਲੀ ਪਈ ਹੈ। ਉਸਦੇ ਲਾਲਚੀ ਦਿਮਾਗ ਨੇ ਉਸ ਨੂੰ ਕਿਹਾ ਕਿ ਸਿਰਫ ਅੱਜ ਦੀ ਹੀ ਤਾਂ ਗੱਲ ਹੈ, ਜਾਂਦੇ ਸਮੇਂ ਥੋੜ੍ਹਾ ਜ਼ਿਆਦਾ ਤੇਜ਼ੀ ਨਾਲ ਭੱਜ ਲਵਾਂਗੇ, ਪਰ ਜ਼ਿੰਦਗੀ ਵਿੱਚ ਦੁਬਾਰਾ ਇਹ ਗੋਲਡਨ ਚਾਂਸ ਨਹੀਂ ਮਿਲੇਗਾ। ਉਹ ਦੌੜਦਾ ਰਿਹਾ ਤੇ ਖਾਣਾ ਪੀਣਾ ਵੀ ਭੁੱਲ ਗਿਆ। ਫਿਰ ਉਸਨੇ ਆਪਣਾ ਰੋਟੀ ਪਾਣੀ ਵੀ ਸੁੱਟ ਦਿੱਤਾ, ਕਿਉਂਕਿ ਉਹਨਾਂ ਚੀਜ਼ਾਂ ਦਾ ਵਜ਼ਨ ਵੀ ਉਸ ਨੂੰ ਢੋਣਾ ਪੈ ਰਿਹਾ ਸੀ। ਕੁਝ ਦੇਰ ਬਾਅਦ ਉਸਨੇ ਆਪਣਾ ਪਰਨਾ ਤੇ ਉੱਪਰਲੇ ਕੱਪੜੇ ਲਾ ਕੇ ਵੀ ਸੁੱਟ ਦਿੱਤੇ ਤਾਂ ਕਿ ਉਹ ਹੋਰ ਜ਼ਿਆਦਾ ਖੁੱਲ੍ਹ ਕੇ ਦੌੜ ਸਕੇ। ਇਸੇ ਤਰ੍ਹਾਂ ਹੀ ਉਹ ਕੁਝ ਮੀਲ ਹੋਰ ਭੱਜਿਆ, ਪਰ ਅੰਤ ਵਿੱਚ ਉਸ ਨੂੰ ਆਪਣਾ ਮਨ ਮਾਰ ਕੇ ਵਾਪਸ ਆਉਣਾ ਪਿਆ। ਤੇ ਹੁਣ 2 ਵੱਜ ਚੁੱਕੇ ਸੀ। 8 ਘੰਟਿਆਂ ਵਿੱਚ ਤੈਅ ਕੀਤਾ ਗਿਆ ਸਫ਼ਰ ਉਸਨੇ ਹੁਣ ਸਿਰਫ 4 ਘੰਟਿਆਂ ਵਿੱਚ ਪੂਰਾ ਕਰਨਾ ਸੀ। ਇਹ ਉਸ ਨੂੰ ਅਸੰਭਵ ਲੱਗ ਰਿਹਾ ਸੀ। ਉਸਦੇ ਹੱਥ ਪੈਰ ਥੱਕ ਚੁੱਕੇ ਸੀ, ਪਰ ਉਸਨੇ ਆਪਣੀ ਪੂਰੀ ਜਾਨ ਲਗਾ ਦਿੱਤੀ। ਉਹ ਭੱਜਦਾ ਰਿਹਾ। ਸੂਰਜ ਡੁੱਬਣ ਨੂੰ ਆ ਗਿਆ ਸੀ। ਉਸਨੇ ਦੇਖਿਆ ਕਿ ਉਹ ਉਸ ਲਾਈਨ ਦੇ ਕਾਫੀ ਕਰੀਬ ਆ ਗਿਆ ਹੈ। ਲੋਕ ਵੀ ਦਿਸਣ ਲੱਗ ਗਏ ਹਨ। ਲੋਕ ਜ਼ੋਰ-ਜ਼ੋਰ ਨਾਲ ਉਤਸ਼ਾਹ ਦੇ ਨਾਲ ਰੌਲਾ ਪਾ ਰਹੇ ਹਨ, ਜਲਦੀ ਆਓ, ਤੂੰ ਕਰ ਸਕਦਾ ਹੈ। ਉਹ ਮਨ ਹੀ ਮਨ ਸੋਚਣ ਲੱਗਾ ਕਿ ਕਿੰਨੇ ਭੋਲੇ ਲੋਕ ਹਨ। ਇਹਨਾਂ ਨੂੰ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਦੌੜਦੇ ਦੌੜਦੇ ਮਰ ਜਾਵਾਂ ਤਾਂ ਕਿ ਮੇਰਾ ਧਨ ਤੇ ਜ਼ਮੀਨ ਇਹਨਾਂ ਦੀ ਹੀ ਹੋ ਜਾਵੇ। ਹੁਣ ਆਖਰੀ ਕੋਈ ਦੂਰੀ ਹੀ ਰਹਿ ਗਈ ਸੀ ਤੇ ਸੂਰਜ ਵੀ ਲਗਭਗ ਡੁੱਬਣ ਹੀ ਵਾਲਾ ਸੀ। ਉਸਦੇ ਪੈਰ ਹੁਣ ਹੋਰ ਭੱਜਣ ਤੋਂ ਮਨਾ ਕਰ ਰਹੇ ਸੀ, ਪਰ ਉਸਨੇ ਆਪਣੀ ਪੂਰੀ ਜਾਨ ਝੋਕ ਦਿੱਤੀ। ਕੁਝ ਦੂਰ ਤੱਕ ਦੌੜਨ ਤੋਂ ਬਾਅਦ ਉਹ ਲੜਖੜਾ ਕੇ ਡਿੱਗ ਪਿਆ। ਫਿਰ ਉਸਨੇ ਦੇਖਿਆ ਕਿ ਸੂਰਜ ਦੀ ਕੁਝ ਲਾਲੀ ਅਜੇ ਵੀ ਅਸਮਾਨ ਦੇ ਵਿੱਚ ਹੈ ਤੇ ਉਸਨੇ ਸ਼ੁਰੂਆਤੀ ਲਕੀਰ ਦੇ ਵੱਲ ਦੇਖਿਆ। ਉਹ ਉਸ ਤੋਂ 5-7 ਗਜ ਦੂਰੀ ਤੇ ਸੀ। ਉਹ ਰਿੜਨ ਲੱਗਾ। ਉਧਰੋਂ ਸੂਰਜ ਦੀ ਲਾਲੀ ਖਤਮ ਹੋਈ, ਉਧਰੋਂ ਉਸਨੇ ਸ਼ੁਰੂਆਤੀ ਲਕੀਰ ਨੂੰ ਟੱਚ ਕਰ ਦਿੱਤਾ। ਉਹ ਜਿੱਤ ਗਿਆ ਸੀ।
ਉਹ ਇੰਨੀ ਸਾਰੀ ਜ਼ਮੀਨ ਦਾ ਮਾਲਕ ਬਣ ਗਿਆ ਸੀ। ਲੋਕਾਂ ਨੇ ਖੁਸ਼ੀ ਨਾਲ ਉਸ ਨੂੰ ਦੇਖਿਆ ਤੇ ਉਸ ਨੂੰ ਉਠਾਉਣ ਲੱਗੇ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਸ ਦੇ ਸਾਹ ਬੰਦ ਹੋ ਚੁੱਕੇ ਸੀ। ਉਸ ਦਾ ਸਰੀਰ ਠੰਡਾ ਤੇ ਸ਼ਾਂਤ ਹੋ ਚੁੱਕਿਆ ਸੀ। ਹੁਣ ਉਹ ਆਦਮੀ ਇਸ ਦੁਨੀਆ ਦੇ ਵਿੱਚ ਨਹੀਂ ਸੀ। ਇੰਨਾ ਭੱਜਣ ਦੇ ਕਾਰਨ ਸ਼ਾਇਦ ਉਸ ਨੂੰ ਹਾਰਟ ਅਟੈਕ ਆ ਗਿਆ ਸੀ ਤੇ ਉਹ ਮਰ ਗਿਆ ਸੀ। ਉਸ ਆਦਮੀ ਦਾ ਲਾਲਚ ਜਿੱਤ ਗਿਆ ਸੀ, ਪਰ ਬਦਲੇ ਵਿੱਚ ਉਹ ਆਪਣੀ ਜਾਨ ਹਾਰ ਗਿਆ ਸੀ। ਇਹ ਦੇਖ ਕੇ ਉੱਥੇ ਖੜੇ ਹੋਏ ਲੋਕ ਹੱਸਦੇ ਹੋਏ ਕਹਿਣ ਲੱਗੇ ਕਿ ਲਿਸਟ ਵਿੱਚ ਇੱਕ ਹੋਰ ਮਰਨ ਵਾਲੇ ਲਾਲਚੀ ਇਨਸਾਨ ਦਾ ਨਾਮ ਜੁੜ ਗਿਆ। ਪਤਾ ਨਹੀਂ ਕਿਉਂ ਲੋਕ ਇੱਥੇ ਮਰਨ ਦੇ ਲਈ ਆ ਜਾਂਦੇ ਹਨ ਇਸ ਖਬਰ ਨੂੰ ਸੁਣ ਕੇ ਕਿ ਇੱਥੇ ਜ਼ਮੀਨ ਬਹੁਤ ਸਸਤੀ ਹੈ, ਜਦ ਕਿ ਅੱਜ ਤੱਕ ਕਿਸੇ ਨੇ ਵੀ ਸਫਲਤਾਪੂਰਵਕ ਜ਼ਮੀਨ ਨੂੰ ਪਾਉਣ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ। ਜਾਂ ਤਾਂ ਉਹ ਦੌੜਦਾ ਹੀ ਮਰ ਗਿਆ ਸੀ, ਜਾਂ ਫਿਰ ਉਹ ਸ਼ਰਤ ਵਿੱਚ ਆਪਣਾ ਧਨ ਹੀ ਹਾਰ ਗਿਆ ਸੀ। ਇਹ ਇੱਥੋਂ ਦਾ ਨਿਯਮ ਬਣ ਚੁੱਕਿਆ ਸੀ। ਉਦੋਂ ਹੀ ਉੱਥੇ ਖੜੇ ਇੱਕ ਬਜ਼ੁਰਗ ਨੇ ਕਿਹਾ ਕਿ ਇਨਸਾਨ ਦੀਆਂ ਇੱਛਾਵਾਂ ਤੇ ਲਾਲਚ ਦਾ ਕੋਈ ਵੀ ਅੰਤ ਨਹੀਂ ਤੇ ਇਹੀ ਇਨਸਾਨ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਦੋਸਤੋ, ਇਸ ਦੇ ਉਲਟ ਮੈਨੂੰ ਇੱਕ ਹੋਰ ਕਹਾਣੀ ਯਾਦ ਆ ਰਹੀ ਹੈ। ਇੱਕ ਬੱਚਾ ਸੀ, ਉਹ ਬਹੁਤ ਹੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸਦੇ ਪਰਿਵਾਰ ਵਿੱਚ ਸਾਰੇ ਹੀ ਕਿਸੇ ਨਾ ਕਿਸੇ ਚੰਗੀ ਪੋਸਟ ਤੇ ਸਨ, ਸਾਰੇ ਹੀ ਪੈਸੇ ਵਾਲੇ ਸਨ। ਇਸ ਲਈ ਬੱਚੇ ਨੂੰ ਵੀ ਬਚਪਨ ਤੋਂ ਹੀ ਦਬਾਅ ਪਾਇਆ ਗਿਆ ਕਿ ਉਹ ਵੀ ਚੰਗੀ ਨੌਕਰੀ ਦੇ ਲਈ ਹੁਣ ਤੋਂ ਹੀ ਪੜ੍ਹਾਈ ਕਰਨੀ ਸ਼ੁਰੂ ਕਰ ਦੇਵੇ। ਪਰਿਵਾਰ ਵਾਲਿਆਂ ਨੇ ਉਸ ਦੇ ਲਈ ਵਕੀਲ ਬਣਨ ਦਾ ਪੇਸ਼ਾ ਸਭ ਤੋਂ ਸਹੀ ਸਮਝਿਆ ਤੇ ਉਸ ਨੂੰ ਵਕਾਲਤ ਦੀ ਪੜ੍ਹਾਈ ਕਰਾਈ ਗਈ। ਸ਼ੁਰੂਆਤ ਵਿੱਚ ਉਸ ਨੂੰ ਇਹ ਕੰਮ ਪਸੰਦ ਨਹੀਂ ਸੀ, ਪਰ ਜਿਵੇਂ ਹੀ ਉਸ ਨੂੰ ਇਸ ਪੇਸ਼ੇ ਤੋਂ ਦੌਲਤ ਤੇ ਸ਼ੋਹਰਤ ਮਿਲਣ ਲੱਗੀ, ਉਸ ਦਾ ਇਸ ਦੇ ਵਿੱਚ ਮਨ ਲੱਗਣ ਲੱਗ ਗਿਆ ਤੇ ਹੌਲੀ-ਹੌਲੀ ਉਹ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਤੇ ਮਸ਼ਹੂਰ ਤੇ ਕਾਮਯਾਬ ਵਕੀਲ ਬਣ ਗਿਆ। ਉਹ ਦਿਨ ਵਿੱਚ 16 ਘੰਟੇ ਕੰਮ ਕਰਨ ਲੱਗਾ। ਉਸਨੇ ਆਪਣੇ ਪਰਿਵਾਰ ਤੇ ਆਪਣੇ ਸਰੀਰ ਉੱਤੇ ਵੀ ਧਿਆਨ ਦੇਣਾ ਛੱਡ ਦਿੱਤਾ। ਉਸਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਕੁਝ ਪੇਚੀਦਾ ਤੇ ਮੁਸ਼ਕਲ ਕੇਸਾਂ ਨੂੰ ਜਿੱਤਿਆ, ਜਿਸ ਦੇ ਨਾਲ ਉਸ ਦਾ ਨਾਮ ਦੇਸ਼ ਦੇ ਸਭ ਤੋਂ ਵੱਡੇ ਵਕੀਲਾਂ ਦੇ ਵਿੱਚ ਆਉਣ ਲੱਗਾ। ਉਸ ਦੇ ਕੋਲ ਸ਼ਹਿਰ ਦੇ ਸਭ ਤੋਂ ਰਹੀਸ ਇਲਾਕੇ ਦੇ ਵਿੱਚ ਇੱਕ ਵੱਡਾ ਬੰਗਲਾ ਸੀ, ਇੱਕ ਪ੍ਰਾਈਵੇਟ ਜੈਟ ਸੀ, ਛੁੱਟੀਆਂ ਮਨਾਉਣ ਦੇ ਲਈ ਇੱਕ ਪ੍ਰਾਈਵੇਟ ਆਈਲੈਂਡ ਸੀ, ਇੱਕ ਚਮਚਮਾਉਂਦੀ ਹੋਈ ਲਾਲ ਜੈਗਵਾਰ ਕਾਰ ਸੀ। ਉਸਨੇ ਆਪਣੀ ਜ਼ਿੰਦਗੀ ਵਿੱਚ ਉਹ ਸਾਰੀ ਦੌਲਤ ਤੇ ਸ਼ੋਹਰਤ ਹਾਸਲ ਕਰ ਲਈ ਸੀ ਜਿਸ ਦੇ ਉਹ ਕਦੇ ਸੁਪਨੇ ਦੇਖਿਆ ਕਰਦਾ ਸੀ। ਪਰ ਅਚਾਨਕ ਕੁਝ ਮਹੀਨਿਆਂ ਤੋਂ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਉਸ ਨੂੰ ਆਪਣੇ ਕੰਮ ਤੋਂ ਨਫ਼ਰਤ ਹੋਣ ਲੱਗੀ। ਉਸ ਦੀ ਦੌਲਤ, ਉਸ ਦੀਆਂ ਗੱਡੀਆਂ, ਉਸ ਦੇ ਬੰਗਲੇ, ਕੋਈ ਵੀ ਚੀਜ਼ ਉਸ ਨੂੰ ਸਕੂਨ ਨਹੀਂ ਦੇ ਪਾ ਰਹੀ ਸੀ। ਉਹ ਇੱਕਦਮ ਬੇਚੈਨ ਤੇ ਅਸ਼ਾਂਤ ਰਹਿਣ ਲੱਗਾ। ਉਸਨੇ ਕਈ ਵਾਰ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਲੋਕਾਂ ਨੇ ਉਸ ਨੂੰ ਰੋਕ ਲਿਆ। ਫਿਰ ਉਸਨੇ ਇੱਕ ਵੱਡਾ ਫੈਸਲਾ ਕੀਤਾ। ਉਸਨੇ ਆਪਣਾ ਸਭ ਕੁਝ ਵੇਚ ਦਿੱਤਾ ਤੇ ਆਤਮਿਕ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲ ਪਿਆ ਤੇ ਹਿਮਾਲਿਆ ਦੇ ਪਹਾੜਾਂ ਵਿੱਚ ਉਸ ਦੀ ਮੁਲਾਕਾਤ ਇੱਕ ਜੋਗੀ ਦੇ ਨਾਲ ਹੋਈ ਤੇ ਫਿਰ ਉਹ ਵੀ ਜੋਗੀ ਬਣ ਗਿਆ, ਜਿੱਥੇ ਉਸ ਨੂੰ ਜੀਵਨ ਜਿਉਣ ਦਾ ਨਵਾਂ ਨਜ਼ਰੀਆ ਤੇ ਇੱਕ ਉਮੀਦ ਮਿਲੀ। ਦੋਸਤੋ, ਇਹਨਾਂ ਦੋਵਾਂ ਕਹਾਣੀਆਂ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਸਾਡੀ ਲਾਈਫ ਦੇ ਵਿੱਚ ਦੌਲਤ, ਸ਼ੋਹਰਤ ਸਭ ਕੁਝ ਜ਼ਰੂਰੀ ਹੈ, ਪਰ ਇੱਕ ਲਿਮਟ ਦੇ ਬਾਅਦ ਇਹ ਸਭ ਚੀਜ਼ਾਂ ਸਾਨੂੰ ਖੁਸ਼ੀ ਨਹੀਂ ਦਿੰਦੀਆਂ, ਸਾਨੂੰ ਸਕੂਨ ਨਹੀਂ ਦੇ ਪਾਉਂਦੀਆਂ। ਇਸ ਲਈ ਸਾਨੂੰ ਸਾਡਾ ਇਨਫ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਲਿਮਟ ਦੇ ਬਾਅਦ ਮੈਂ ਪੈਸਿਆਂ ਦੇ ਪਿੱਛੇ ਨਹੀਂ ਭੱਜਾਂਗਾ। ਇਹ ਇਨਫ ਜਾਣੀ ਕਿ ਹਾਸਲ ਦੀ ਲਿਮਟ ਸਭ ਦੇ ਲਈ ਅਲੱਗ-ਅਲੱਗ ਹੋ ਸਕਦੀ ਹੈ, ਪਰ ਸਭ ਦੀ ਹੋਣੀ ਜ਼ਰੂਰ ਚਾਹੀਦੀ ਹੈ, ਤਾਂ ਕਿ ਉਸ ਲਿਮਟ ਤੋਂ ਬਾਅਦ ਤੁਸੀਂ ਇਹ ਕਹਿ ਸਕੋ ਕਿ ਮੈਂ ਆਪਣਾ ਇਨਫ ਪ੍ਰਾਪਤ ਕਰ ਲਿਆ ਹੈ, ਹੁਣ ਮੈਂ ਸੰਤੁਸ਼ਟ ਹਾਂ, ਹੁਣ ਮੈਨੂੰ ਇਸ ਭੱਜ ਦੌੜ ਵਿੱਚ ਹੋਰ ਪੈਣ ਦੀ ਜ਼ਰੂਰਤ ਨਹੀਂ। ਕਿਸੇ ਦੇ ਲਈ ਇਹ ਇਨਫ 50 ਲੱਖ ਹੋ ਸਕਦਾ ਹੈ, ਕਿਸੇ ਦੇ ਲਈ 1 ਕਰੋੜ ਹੋ ਸਕਦਾ ਹੈ, ਕਿਸੇ ਦੇ ਲਈ 5 ਕਰੋੜ ਹੋ ਸਕਦਾ ਹੈ ਤੇ ਕਿਸੇ ਦੇ ਲਈ 10 ਕਰੋੜ ਹੋ ਸਕਦਾ ਹੈ। ਇਸ ਲਈ ਇੱਕ ਵਾਰ ਬੈਠ ਕੇ ਠੰਡੇ ਦਿਮਾਗ ਨਾਲ ਇਹ ਕੈਲਕੂਲੇਟ ਜ਼ਰੂਰ ਕਰ ਲਵੋ ਕਿ ਤੁਹਾਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦੇ ਲਈ ਕਿੰਨੇ ਪੈਸਿਆਂ ਦੀ ਜ਼ਰੂਰਤ ਪੈਣ ਵਾਲੀ ਹੈ ਤੇ ਫਿਰ ਉਸ ਤੁਹਾਨੂੰ ਪ੍ਰਾਪਤ ਕਰਨ ਦੇ ਹਿਸਾਬ ਨਾਲ ਆਪਣੇ ਟਾਰਗੇਟ ਸੈੱਟ ਕਰੋ, ਕਿਉਂਕਿ ਸਾਡੇ ਲਾਲਚ ਦੀ ਪੂਰਤੀ ਕਦੇ ਨਹੀਂ ਹੋਣ ਵਾਲੀ। ਇਸ ਲਈ ਸਾਨੂੰ ਸਾਡੇ ਇਨਫ ਨੂੰ ਡਿਸਾਈਡ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇੱਕ ਸਟੇਬਲ ਤੇ ਹੈਪੀ ਲਾਈਫ ਜੀ ਸਕੀਏ। ਸੋ ਦੋਸਤੋ, ਜੋ ਲੋਕ ਪੈਸੇ ਦੇ ਪਿੱਛੇ ਭੱਜਦੇ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਤੇ ਜ਼ਿੰਦਗੀ ਦਾ ਕਦੇ ਆਨੰਦ ਹੀ ਨਹੀਂ ਮਾਣਦੇ, ਉਹਨਾਂ ਦੇ ਲਈ ਕੁਝ ਲਫ਼ਜ਼ ਹਨ। ਦੌਲਤ ਕਰ ਇਕੱਠੀ ਜ਼ਮੀਨ ਦੇ ਵਿੱਚ ਦਬਾਉਂਦਾ ਹੈ, ਕਾਰਾਂ ਕਾਰਖਾਨੇ ਥਾਂ ਬਾਗ ਲਗਾਉਂਦਾ ਹੈ। ਜਾਣਾ ਪਊ ਇਕੱਲਾ ਇਹਨਾਂ ਬਾਗ ਬਹਾਰਾਂ ਚੋਂ, ਮਹਿਮਾਨ ਹੈ 2 ਦਿਨ ਦਾ ਤੁਰ ਜਾਏ ਸਰਾਵਾਂ ਚੋਂ। ਉਹ ਬੰਦਿਆ ਮਹਿਮਾਨ ਹੈ 2 ਦਿਨ ਦਾ, ਤੂੰ ਤੁਰ ਜਾਏ ਸਰਾਵਾਂ ਚੋਂ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।